ਹੈਲੋ ਐਵਰੀਵਨ, ਵੈਲਕਮ ਟੂ CBC ਅਕੈਡਮੀ ਅਬੋਰ। ਮੈਂ ਹਾਰਨ ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਆਪਣਾ ਪੋਲਿਟੀ ਦਾ ਲੈਕਚਰ। ਅਤੇ ਸੌਰੀ ਫॉर ਦਾ ਡਿਲੇ, ਆਪਾਂ 6 ਲੈਕਚਰ ਪੋਲਿਟੀ ਦੇ ਕੀਤੇ ਸੀ, ਉਸ ਤੋਂ ਬਾਅਦ ਆਪਾਂ ਕੰਟੀਨਿਊ ਨਹੀਂ ਕਰ ਪਾਏ ਸੀਗੇ। ਸੋ ਉਸ ਚੀਜ਼ ਨੂੰ ਆਪਾਂ ਕੰਟੀਨਿਊ ਕਰਾਂਗੇ। ਆਪਾਂ ਸਟਾਰਟ ਕਰਾਂਗੇ ਪਾਰਲੀਮੈਂਟ ਟੋਪਿਕ ਤੋਂ। ਜਿਹੜਾ ਆਪਾਂ ਲਾਸਟ ਟੋਪਿਕ ਕੀਤਾ ਸੀ ਜਦੋਂ ਆਪਾਂ ਛੱਡਿਆ ਸੀਗਾ ਲੈਕਚਰ, ਤਾਂ ਫੈਡਰਲ ਸਿਸਟਮ ਕੀਤਾ ਸੀਗਾ। ਸੋ ਕਿਸੇ ਨੇ ਪੁਰਾਣੇ 6 ਲੈਕਚਰ ਨਹੀਂ ਵੇਖੇ, ਜਾ ਕੇ ਜ਼ਰੂਰ ਵੇਖੋ, ਬਹੁਤ ਹੀ ਇੰਪੋਰਟੈਂਟ ਹੈ। ਜੋ ਵੀ ਤੁਸੀਂ ਐਗਜ਼ਾਮ ਲਈ ਪ੍ਰਿਪੇਅਰ ਕਰ ਰਹੇ ਹੋ ਸਭ ਲਈ ਇੰਪੋਰਟੈਂਟ ਹੈ, ਚਾਹੇ ਉਹ ਨੈਬ ਤਹਿਸੀਲਦਾਰ ਹੈ, ਚਾਹੇ ਉਹ ਆਪਣਾ ਹੋਰ ਕੋਈ PPSC ਦਾ ਐਗਜ਼ਾਮ ਫਰਦਰ ਆਉਣ ਵਾਲੇ ਹੈ, ਜਾਂ ਪੰਜਾਬ ਦਾ ਪਟਵਾਰੀ ਵਾਲਾ ਐਗਜ਼ਾਮ ਹੈ। ਠੀਕ ਹੈ ਜੀ। ਬਾਕੀ ਤੁਸੀਂ ਜਿਹੜੀ ਸਾਡੀ ਐਗਜ਼ਾਮ CBC ਐਗਜ਼ਾਮ ਗੁਰੂ ਐਪ ਹੈਗੀ ਉਹਨੂੰ ਡਾਊਨਲੋਡ ਕਰ ਸਕਦੇ ਹੋ। ਉੱਥੇ ਜਿਹੜੇ ਇਹਦੇ ਡਿਵਰਸ ਬੈਨੀਫਿਟ ਹੈ ਉਹ ਤੁਸੀਂ ਉਠਾ ਸਕਦੇ ਹੋ, ਜਿਵੇਂ ਕਿ ਅਸੀਂ ਜਿਹੜੇ ਸਾਡੇ ਪਟਵਾਰੀ ਦੇ ਅਸੀਂ ਟੈਸਟ ਸੀਰੀਜ਼ ਲਾਂਚ ਕੀਤੀਆਂ, ਬੁੱਕਸ ਪਰਚੇਜ਼ ਕਰ ਸਕਦੇ ਹੋ, ਜਾਂ ਜਿਹੜੇ ਹੋਰ ਵੀ ਜੋਬ ਦੇ ਰਿਲੇਟਿਡ ਅਪਡੇਟਸ ਹੈਗੇ ਆ ਉਹ ਮਿਲ ਸਕਦੇ ਆ। ਪ੍ਰੀਵੀਅਸ ਈਅਰ ਪੇਪਰ ਤੁਸੀਂ ਡਾਊਨਲੋਡ ਕਰ ਸਕਦੇ ਹੋ। ਸੋ ਤੁਸੀਂ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ। ਬਾਕੀ ਅਸੀਂ ਪਟਵਾਰੀ ਦੀ ਟੈਸਟ ਸੀਰੀਜ਼ ਲਾਂਚ ਕੀਤੀ ਹੈ, ਉਹਨੂੰ ਵੀ ਤੁਸੀਂ ਅਟੈਂਪਟ ਕਰ ਸਕਦੇ ਹੋ। ਆਪਣਾ ਜਿਹੜਾ ਸਕੋਰ ਹੈਗਾ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਵਧੀਆ ਸਕੋਰ ਕਰ ਸਕਦੇ ਹੋ। ਠੀਕ ਹੈ ਜੀ। ਉਹਨੂੰ ਫਰਦਰ ਹੋਰ ਵੀ ਇੰਪਰੂਵ ਕਰ ਸਕਦੇ ਹੋ, ਕਿਉਂਕਿ ਇਵੈਲੂਏਸ਼ਨ ਦੇ ਨਾਲ ਹੀ ਆਪਾਂ ਡੇ ਬਾਏ ਡੇ ਇੰਪਰੂਵ ਕਰਾਂਗੇ। ਠੀਕ ਹੈ। ਸੋ ਹੁਣ ਆਪਾਂ ਅੱਗੇ ਸਟਾਰਟ ਕਰਦੇ ਹਾਂ ਆਪਣਾ ਪਾਰਲੀਮੈਂਟ ਦਾ ਟੋਪਿਕ। ਸੋ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ARNTANEJ07 'ਤੇ। ਜੋ ਵੀ ਤੁਹਾਡੀ ਕੁਐਰੀਜ਼ ਹੈ ਕਿਸੇ ਵੀ ਚੀਜ਼ ਦੇ ਰਿਗਾਰਡਿੰਗ ਤੁਸੀਂ ਮੈਨੂੰ ਪੁੱਛ ਸਕਦੇ ਹੋ। ਠੀਕ ਹੈ ਜੀ। ਸੋ ਆਪਾਂ ਸਟਾਰਟ ਕਰਦੇ ਹਾਂ ਪਾਰਲੀਮੈਂਟ ਦਾ ਟੋਪਿਕ। ਸੋ ਬਿਫੋਰ ਸਟਾਰਟਿੰਗ ਦਾ ਟੋਪਿਕ ਮੈਂ ਤੁਹਾਨੂੰ ਥੋੜ੍ਹਾ ਜਿਹਾ ਬਰੀਫ ਦੇਣਾ ਚਾਹੂੰਗਾ ਪਾਰਲੀਮੈਂਟ ਹੁੰਦਾ ਕੀ ਹੈ। ਪਾਰਲੀਮੈਂਟ ਹੁੰਦਾ ਲੋਕ ਸਭਾ ਅਤੇ ਰਾਜ ਸਭਾ ਦੋਨੇ ਜਦੋਂ ਕੰਬਾਈਨਡ ਫਾਰਮ ਦੇ ਵਿੱਚ ਆਪਾਂ ਕਿਸੇ ਚੀਜ਼ ਨੂੰ ਬੋਲਦੇ ਹਾਂ, ਲੋਕ ਸਭਾ ਅਤੇ ਰਾਜ ਸਭਾ ਨੂੰ, ਤਾਂ ਆਪਾਂ ਉਸ ਚੀਜ਼ ਨੂੰ ਕਹਿ ਦਿੰਦੇ ਹਾਂ ਪਾਰਲੀਮੈਂਟ। ਠੀਕ ਹੈ। ਪਰ ਇਹ ਲਿਟਰਲ ਸੈਂਸ ਦੇ ਵਿੱਚ ਕਿਹਾ ਜਾਂਦਾ, ਪਰ ਜਦੋਂ ਆਪਾਂ ਟੈਕਨੀਕਲ ਫਾਰਮ ਦੇ ਵਿੱਚ ਵੇਖਦੇ ਹਾਂ, ਜਾਂ ਕਹਿ ਸਕਦੇ ਹਾਂ ਥੋੜ੍ਹਾ ਜਿਹਾ ਇਹਨੂੰ ਡੈਪਥ ਦੇ ਵਿੱਚ ਆਪਾਂ ਐਨਾਲਿਸਿਸ ਕਰਦੇ ਹਾਂ, ਤਾਂ ਪਾਰਲੀਮੈਂਟ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ? ਲੋਕ ਸਭਾ, ਰਾਜ ਸਭਾ ਅਤੇ ਪ੍ਰੈਜ਼ੀਡੈਂਟ ਵੀ ਆਉਂਦਾ ਹੈ। ਠੀਕ ਹੈ ਜੀ। ਸੋ ਇਹ ਤਿੰਨੇ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਪਾਰਲੀਮੈਂਟ ਦੇ ਵਿੱਚ ਕਿਹੜੀ ਚੀਜ਼ ਆਉਂਦੀ ਹੈ? ਲੋਕ ਸਭਾ, ਰਾਜ ਸਭਾ ਅਤੇ ਪਾਰਲੀਮੈਂਟ। ਠੀਕ ਹੈ। ਲੋਕ ਸਭਾ ਦੇ ਵਿੱਚ ਕੌਣ ਬਹਿੰਦਾ ਹੈ? ਲੋਕ ਸਭਾ ਦੇ ਵਿੱਚ ਜਿਹੜੇ ਆਪਣੇ ਦੁਆਰਾ ਡਾਇਰੈਕਟਲੀ ਇਲੈਕਟਡ ਕੀਤੇ ਹੋਏ ਬੰਦੇ ਲੋਕ ਸਭਾ ਦੇ ਵਿੱਚ ਜਾ ਕੇ ਬਹਿੰਦੇ ਆ। ਜਿਵੇਂ ਹੁਣ ਆਪਾਂ ਮੋਦੀ ਗੌਰਮੈਂਟ ਨੂੰ ਇਲੈਕਟ ਕੀਤਾ ਤਾਂ ਉਹ ਲੋਕ ਸਭਾ ਦੇ ਵਿੱਚ ਜਾ ਕੇ ਬਹੂਗੀ। ਰਾਜ ਸਭਾ ਦੇ ਵਿੱਚ ਕੌਣ ਬਹਿੰਦਾ ਹੁੰਦਾ? ਜਿਹੜੇ ਆਪਣੀ ਅਸੈਂਬਲੀਜ਼ ਹੈਗੀਆਂ ਉਹਨਾਂ ਦੁਆਰਾ ਫਰਦਰ ਬੰਦੇ ਇਲੈਕਟ ਕੀਤੇ ਹੁੰਦੇ ਆ, ਮੈਂਬਰਸ ਇਲੈਕਟ ਕੀਤੇ ਹੁੰਦੇ, ਉਹ ਰਾਜ ਸਭਾ ਦੇ ਵਿੱਚ ਜਾ ਕੇ ਬਹਿੰਦੇ ਹੁੰਦੇ ਆ। ਠੀਕ ਹੈ। ਸੋ ਇਹ ਲੋਕ ਸਭਾ ਅਤੇ ਰਾਜ ਸਭਾ ਮਿਲ ਕੇ, ਦੋਨੇ ਮਿਲ ਕੇ, ਕੰਬਾਈਨਡ ਮਿਲ ਕੇ ਆਪਣੇ ਜਿਹੜੇ ਪੂਰੇ ਦੇਸ਼ ਦੇ ਕਾਨੂੰਨ ਹੈਗੇ ਆ ਬਣਾਉਂਦੀਆਂ। ਠੀਕ ਹੈ। ਸੋ ਇਹਨਾਂ ਦੀ ਜਿਹੜੀ ਟੈਕਨੀਕੈਲਿਟੀਜ਼ ਹੈਗੀਆਂ, ਕਾਨੂੰਨ ਕਿਵੇਂ ਬਣਾਏ ਜਾਂਦੇ ਹੁੰਦੇ ਆ, ਕਿਹੜੇ ਬਿੱਲ ਹੁੰਦੇ ਆ, ਮਨੀ ਬਿੱਲ ਦੇ ਵਿੱਚ ਕੀ ਡਿਫਰੈਂਸ ਹੈ, ਆਰਡੀਨਰੀ ਬਿੱਲ ਦੇ ਵਿੱਚ ਕੀ ਡਿਫਰੈਂਸ ਹੈ, ਕੌਂਸਟੀਟਿਊਸ਼ਨ ਅਮੈਂਡਮੈਂਟ ਬਿੱਲ ਦੇ ਵਿੱਚ ਕੀ ਡਿਫਰੈਂਸ ਹੈ। ਸੋ ਸਾਰੀਆਂ ਚੀਜ਼ਾਂ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਅੱਗੇ ਫਰਦਰ। ਜਿਹੜਾ ਆਪਣੇ ਆਉਣ ਵਾਲੇ ਲੈਕਚਰ ਹੈਗੇ ਆ ਉਹਦੇ ਵਿੱਚ ਆਪਾਂ ਬਹੁਤ ਹੀ ਡਿਟੇਲ ਵੇ ਦੇ ਵਿੱਚ ਪਾਰਲੀਮੈਂਟ ਨੂੰ ਸਟੱਡੀ ਕਰਾਂਗੇ, ਕਿਉਂਕਿ ਬਹੁਤ ਹੀ ਵਾਸਟ ਚੈਪਟਰ ਹੈਗਾ ਪਾਰਲੀਮੈਂਟ, ਅਤੇ ਬਹੁਤ ਸਾਰੇ ਕੁਐਸਚਨ ਪੁੱਛੇ ਜਾਂਦੇ ਆ ਤੁਹਾਨੂੰ ਪਾਰਲੀਮੈਂਟ ਦੇ ਵਿੱਚੋਂ। ਅਗਰ ਸਪੋਜ਼ ਕਰ ਲਓ ਤੁਹਾਨੂੰ ਮਤਲਬ 1-2 ਕੁਐਸਚਨ ਪੋਲਿਟੀ ਦੇ ਆਉਂਦੇ ਜਾਂ 5 ਕੁਐਸਚਨ ਆਉਂਦੇ, ਜਿਵੇਂ PPSC ਦੇ ਵਿੱਚ ਵੇਟੇਜ ਤਾਂ ਬਹੁਤ ਹੀ ਵਧੀਆ ਹੈਗੀ ਹੈ ਪੋਲਿਟੀ ਦੀ, ਤਾਂ ਅਗਰ ਉਹਦੇ ਵਿੱਚ 10 ਤੋਂ 11 ਕੁਐਸਚਨ ਆਉਂਦੇ ਆ ਤਾਂ 3 ਤੋਂ 4 ਕੁਐਸਚਨ ਤੁਹਾਨੂੰ ਪਾਰਲੀਮੈਂਟ 'ਚ ਵੇਖਣ ਨੂੰ ਮਿਲ ਜਾਣਗੇ। ਠੀਕ ਹੈ। ਸੋ ਆਪਾਂ ਪਾਰਲੀਮੈਂਟ ਨੂੰ ਬਹੁਤ ਹੀ ਡਿਟੇਲ ਵੇ ਦੇ ਵਿੱਚ ਕਰਨਾ। ਸੋ ਪਾਰਲੀਮੈਂਟ ਇਜ਼ ਦ ਲੈਜਿਸਲੇਟਿਵ ਆਰਗਨ ਆਫ ਦਾ ਯੂਨੀਅਨ ਗੌਰਮੈਂਟ। ਠੀਕ ਹੈ। ਲੈਜਿਸਲੇਟਿਵ ਆਰਗਨ ਕੀ ਹੁੰਦਾ? ਵੀ ਜਿਹੜੀ ਆਪਣੀ ਕਾਨੂੰਨ ਬਣਾਉਂਦੀ ਹੁੰਦੀ ਹੈ। ਠੀਕ ਹੈ। ਇੱਕ ਆਪਾਂ ਕੀਤਾ ਸੀਗਾ ਐਗਜ਼ੀਕਿਊਟਿਵ ਆਰਗਨ। ਐਗਜ਼ੀਕਿਊਟਿਵ ਕੀ ਹੁੰਦਾ? ਜਿਹੜੇ ਆਪਣੇ ਕਾਨੂੰਨ ਅਪਲਾਈ ਕਰਦੇ ਹੈ, ਜਿਹੜੇ ਲੈਜਿਸਲੇਚਰ ਦੁਆਰਾ ਕਾਨੂੰਨ ਬਣਾਏ ਜਾਂਦੇ ਹੁੰਦੇ ਆ, ਉਹ ਅੱਗੇ ਐਗਜ਼ੀਕਿਊਟਿਵ ਦੁਆਰਾ ਇੰਪਲੀਮੈਂਟ ਕੀਤੇ ਜਾਂਦੇ ਹੁੰਦੇ ਆ। ਸੋ ਐਗਜ਼ੀਕਿਊਟਿਵ ਦੇ ਵਿੱਚ ਕੌਣ ਆ ਜਾਂਦਾ? ਆਪਣੇ ਕਾਊਂਸਲ ਆਫ ਮਿਨਿਸਟਰ, ਮੇਜਰ ਜਿਹੜੇ ਐਗਜ਼ੀਕਿਊਟਿਵ ਹੈਗੇ ਕਾਊਂਸਲ ਆਫ ਮਿਨਿਸਟਰ ਹੁੰਦੇ ਆ। ਸੋ ਜਿਹੜੇ ਕਾਨੂੰਨ ਪਾਰਲੀਮੈਂਟ ਦੁਆਰਾ ਬਣਾਏ ਜਾਂਦੇ ਹੁੰਦੇ ਆ ਉਹ ਇੰਪਲੀਮੈਂਟ ਕਿਹਦੇ ਦੁਆਰਾ ਕੀਤੇ ਜਾਂਦੇ ਹੁੰਦੇ? ਕਾਊਂਸਲ ਆਫ ਮਿਨਿਸਟਰਸ ਦੁਆਰਾ। ਠੀਕ ਹੈ। ਸੋ ਬਹੁਤ ਇੰਪੋਰਟੈਂਟ ਚੀਜ਼ਾਂ ਹੈਗੀਆਂ। So article number 79 to 122 in the part 5th of the constitution deal with the organization, composition, duration, officer, procedure, privileges, powers and the so on in the parliament. So article number 79 ਤੋਂ ਲੈ ਕੇ 122 ਆਰਟੀਕਲ, ਸੋ 79 ਆਰਟੀਕਲ ਤੋਂ ਲੈ ਕੇ 122 ਆਰਟੀਕਲ ਤੇ ਪਾਰਟ 5th ਜਿਹੜਾ ਆਪਣਾ ਸੰਵਿਧਾਨ ਦਾ ਹੈਗਾ ਉਹ ਕਿਹਦੇ ਨਾਲ ਡੀਲ ਕਰਦਾ? ਉਹ ਡੀਲ ਕਰਦਾ ਆਪਣਾ ਪਾਰਲੀਮੈਂਟ ਦੇ ਨਾਲ। ਸਪੋਜ਼ ਕਰ ਲਓ ਤੁਹਾਨੂੰ ਕੋਈ ਆਰਟੀਕਲ ਆ ਜਾਂਦਾ 79 to 122 ਦੇ ਵਿੱਚ, ਤਾਂ ਤੁਹਾਨੂੰ ਤੁਸੀਂ ਉੱਥੇ ਰਫ ਗੈਸ ਲਾ ਸਕਦੇ ਹੋ, ਇਲੀਮੀਨੇਟ ਕਰ ਸਕਦੇ ਹੋ ਬਹੁਤ ਸਾਰੇ ਆਪਸ਼ਨਸ ਨੂੰ। ਸੋ ਇਸ ਢੰਗ ਦੇ ਨਾਲ ਤੁਸੀਂ ਇਲੀਮੀਨੇਟ ਕਰ ਸਕਦੇ ਹੋ। ਬਾਕੀ ਜਦੋਂ 123 ਆਰਟੀਕਲ ਆ ਜਾਂਦਾ ਆਰਡੀਨੈਂਸ ਦੇ ਰਿਲੇਟਿਡ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਗੈਸ ਕਰ ਸਕਦੇ ਹੋ। ਬਾਕੀ ਅੱਗੇ ਸੁਪਰੀਮ ਕੋਰਟ ਦੇ ਆਰਟੀਕਲ ਆ ਜਾਂਦੇ ਆ, ਫਿਰ ਆਪਣਾ ਕੈਗ ਦੇ ਆਰਟੀਕਲ ਆ ਜਾਂਦੇ ਆ।
ਤਾਂ ਤੁਸੀਂ ਇਸ ਚੀਜ਼ ਨੂੰ ਗੈਸ ਵਰਕ ਤੁਹਾਡਾ ਵਧੀਆ ਹੋ ਜਾਊਗਾ ਜੇ ਤੁਹਾਨੂੰ ਰਫ ਗੈਸ ਹੋਊਗਾ ਵੀ ਕਿੰਨੇ ਆਰਟੀਕਲ ਤੋਂ ਕਿੰਨੇ ਆਰਟੀਕਲ ਤੱਕ ਪਾਰਲੀਮੈਂਟ ਦੇ ਨਾਲ ਡੀਲ ਕਰਦੇ ਆ। ਸੋ ਆਰਟੀਕਲ ਨੰਬਰ 79 ਤੋਂ ਲੈ ਕੇ 122 ਆਰਟੀਕਲ ਤੱਕ ਪਾਰਲੀਮੈਂਟ ਦੇ ਨਾਲ ਡੀਲ ਕਰਦੇ ਆ ਤੇ ਪਾਰਟ ਕਿਹੜਾ ਹੈਗਾ, ਪਾਰਟ 5 ਜਿਹੜਾ ਹੈਗਾ ਉਹ ਪਾਰਲੀਮੈਂਟ ਦੇ ਨਾਲ ਡੀਲ ਕਰਦਾ। ਜੇ ਆਪਾਂ ਗੱਲ ਕਰੀਏ, ਆਪਾਂ ਪ੍ਰੀਵੀਅਸ ਲੈਕਚਰ ਦੀ ਗੱਲ ਕਰੀਏ ਤਾਂ ਜਿਹੜਾ ਆਪਣਾ ਪਾਰਟ 3 ਹੈਗਾ ਉਹ ਕਿਹਦੇ ਨਾਲ ਡੀਲ ਕਰਦਾ, ਫੰਡਾਮੈਂਟਲ ਰਾਈਟਸ ਦੇ ਨਾਲ ਡੀਲ ਕਰਦਾ। ਪਾਰਟ 4 ਹੈਗਾ ਆਪਣਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਦੇ ਨਾਲ ਡੀਲ ਕਰਦਾ। ਜਿਹੜਾ ਆਪਣਾ ਪਾਰਟ 4A ਹੈਗਾ ਉਹ ਡੀਲ ਕਰਦਾ ਆਪਣਾ ਫੰਡਾਮੈਂਟਲ ਡਿਊਟੀਜ਼ ਦੇ ਨਾਲ। ਤੇ 51A ਆਰਟੀਕਲ ਕਿਹਦੇ ਨਾਲ ਡੀਲ ਕਰਦਾ, ਫੰਡਾਮੈਂਟਲ ਡਿਊਟੀਜ਼ ਦੇ ਨਾਲ। ਠੀਕ ਹੈ, ਸੋ ਇਹ ਸਾਰੀਆਂ ਚੀਜ਼ਾਂ ਆਪਾਂ ਪ੍ਰੀਵੀਅਸ ਲੈਕਚਰਸ ਪੜ੍ਹ ਕੇ ਆਏ ਹਾਂ। ਜਿਹਨੇ ਨਹੀਂ ਪੜ੍ਹੀਆਂ ਜਾ ਕੇ ਪ੍ਰੀਵੀਅਸ ਲੈਕਚਰ ਜ਼ਰੂਰ ਵੇਖੋ। ਠੀਕ ਹੈ, ਤੇ ਇੱਕ ਗੱਲ ਹੋਰ ਵੀ ਹੈਗੀ ਹੈ, ਤੇ ਆਪਣਾ ਪਾਰਲੀਮੈਂਟ ਕਿਹੜੇ ਪਾਰਟ ਦੇ ਨਾਲ ਡੀਲ ਕਰਦਾ, ਪਾਰਟ 4 ਦੇ ਨਾਲ। ਪਾਰਟ 5 ਕਿਹਦੇ ਨਾਲ ਡੀਲ ਕਰਦਾ, ਪਾਰਲੀਮੈਂਟ ਦੇ ਨਾਲ ਡੀਲ ਕਰਦਾ। ਤੇ ਆਰਟੀਕਲ ਕਿਹੜੇ ਹੈਗੇ, ਆਰਟੀਕਲ 79 ਤੋਂ ਲੈ ਕੇ 122 ਆਰਟੀਕਲ ਤੱਕ ਪਾਰਲੀਮੈਂਟ ਦੇ ਨਾਲ ਡੀਲ ਕਰਦਾ। ਠੀਕ ਹੈ, ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗੇ ਆ। ਸੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਹੈਗਾ ਆਰਗੇਨਾਈਜੇਸ਼ਨ ਆਫ ਦਾ ਪਾਰਲੀਮੈਂਟ। ਸੋ ਆਰਗੇਨਾਈਜੇਸ਼ਨ ਦੇ ਵਿੱਚ ਤੁਹਾਨੂੰ ਆਰਗੇਨਾਈਜੇਸ਼ਨ ਦਾ ਮਤਲਬ ਕੀ ਹੁੰਦਾ ਵੀ ਕਿਸ ਵਿਧੀ ਦੇ ਨਾਲ ਆਪਣੀ ਪਾਰਲੀਮੈਂਟ ਬਣੀ ਹੋਈ ਹੈ। ਤਾਂ ਪਾਰਲੀਮੈਂਟ ਦੇ ਵਿੱਚ 3 ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਆਪਣੀ ਲੋਕ ਸਭਾ, ਇੱਕ ਹੁੰਦਾ ਰਾਜ ਸਭਾ, ਇੱਕ ਹੁੰਦਾ ਪ੍ਰੈਜ਼ੀਡੈਂਟ। ਸੋ ਪ੍ਰੈਜ਼ੀਡੈਂਟ ਨੂੰ ਪਾਰਲੀਮੈਂਟ ਦਾ ਇੰਟੈਗਰਲ ਪਾਰਟ ਕਿਉਂ ਮੰਨਿਆ ਜਾਂਦਾ ਹੈ, ਕਿਉਂਕਿ ਜਿਹੜੇ ਵੀ ਲਾਅ ਰਾਜ ਸਭਾ ਅਤੇ ਲੋਕ ਸਭਾ ਦੁਆਰਾ ਪਾਸ ਕੀਤੇ ਜਾਂਦੇ ਹੁੰਦੇ ਆ ਉਹਦੇ 'ਤੇ ਜਿਹੜੇ ਜਦੋਂ ਤੱਕ ਪ੍ਰੈਜ਼ੀਡੈਂਟ ਆਪਣੇ ਦਖਤ ਨਹੀਂ ਕਰਦਾ, ਜਦੋਂ ਤੱਕ ਅਸੈਂਟ ਨਹੀਂ ਦਿੰਦਾ, ਤਾਂ ਉਦੋਂ ਤੱਕ ਉਹ ਜਿਹੜੇ ਲਾਜ਼ ਹੈ ਪਾਸ ਕੰਸੀਡਰ ਨਹੀਂ ਕੀਤੇ ਜਾਣਗੇ। ਠੀਕ ਹੈ ਜੀ, ਸੋ ਇੰਟੈਗਰਲ ਪਾਰਟ ਐਸੇ ਕਰਕੇ ਬਣਦਾ ਕਿਉਂਕਿ ਜਿਹੜੇ ਵੀ ਰੂਲਸ ਹੈਗੇ ਜਾਂ ਲਾਅ ਹੈਗੇ ਆ ਪਾਰਲੀਮੈਂਟ ਦੇ ਵਿੱਚ ਬਣਾਏ ਜਾਂਦੇ ਆ ਉਦੋਂ ਤੱਕ ਇੰਪਲੀਮੈਂਟ ਨਹੀਂ ਕੀਤੇ ਜਾ ਸਕਦੇ ਜਦੋਂ ਤੱਕ ਆਪਣੇ ਦਖਤ ਪ੍ਰੈਜ਼ੀਡੈਂਟ ਨਹੀਂ ਕਰਦਾ। ਠੀਕ ਹੈ, ਬਹੁਤ ਇੰਪੋਰਟੈਂਟ ਹੈਗਾ। Hindi name Rajya Sabha and the Lok Sabha were adopted by the Council of State and the House of the People respectively। ਸੋ ਇਹ ਸਾਰੀਆਂ ਗੱਲਾਂ ਆਪਾਂ ਆਲਰੇਡੀ ਤੁਹਾਨੂੰ ਸਮਝਾ ਚੁੱਕਿਆ ਵੀ ਰਾਜ ਸਭਾ ਨੂੰ ਕੀ ਕਿਹਾ ਜਾਂਦਾ ਹੁੰਦਾ, ਕਾਉਂਸਲ ਆਫ ਸਟੇਟ, ਤੇ ਲੋਕ ਸਭਾ ਨੂੰ ਕੀ ਕਿਹਾ ਜਾਂਦਾ, ਹਾਊਸ ਆਫ ਪੀਪਲ ਰਿਸਪੈਕਟਿਵਲੀ। ਸੋ ਇਹ ਆਪਾਂ ਸਾਰੀਆਂ ਗੱਲਾਂ ਆਪਾਂ ਪੜ੍ਹ ਚੁੱਕੇ ਹਾਂ ਆਲਰੇਡੀ। ਸੋ ਨੈਕਸਟ ਹੈਗਾ, ਦੋ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਨਾਟ ਅ ਮੈਂਬਰ ਆਫ ਈਦਰ ਹਾਊਸ ਆਫ ਦਾ ਪਾਰਲੀਮੈਂਟ ਡਜ਼ ਨਾਟ ਸਿਟ ਇਨ ਦਾ ਪਾਰਲੀਮੈਂਟ ਟੂ ਅਟੈਂਡ ਇਟਸ ਮੀਟਿੰਗ, ਹੀ ਇਜ਼ ਇੰਟੈਗਰਲ ਪਾਰਟ ਆਫ ਦਾ ਪਾਰਲੀਮੈਂਟ। ਸੋ ਜਿਹੜਾ ਆਪਣਾ ਪ੍ਰੈਜ਼ੀਡੈਂਟ ਹੈਗਾ ਉਹ ਮੀਟਿੰਗਸ ਵਿੱਚ ਪਾਰਟੀਸਪੇਟ ਨਹੀਂ ਕਰਦਾ, ਕੋਈ ਵੀ ਉਹਦਾ ਹੋਰ ਕੰਮ ਨਹੀਂ ਹੈਗਾ ਪਾਰਲੀਮੈਂਟ ਦੇ ਵਿੱਚ, ਫਿਰ ਵੀ ਉਹ ਇੰਪੋਰਟੈਂਟ ਪਾਰਟ ਹੈਗਾ ਪਾਰਲੀਮੈਂਟ ਦਾ। ਕਿਉਂ ਹੈਗਾ, ਕਿਉਂਕਿ ਜਿਹੜੇ ਵੀ ਬਿੱਲ ਲੋਕ ਸਭਾ ਅਤੇ ਰਾਜ ਸਭਾ ਦੁਆਰਾ ਪਾਸ ਕੀਤੇ ਜਾਂਦੇ ਉਹ ਪਾਰਲੀਮੈਂਟ ਜਾਂ ਕਹਿ ਸਕਦੇ ਹਾਂ ਪਾਰਲੀਮੈਂਟ ਦੁਆਰਾ ਪਾਸ ਕੀਤੇ ਜਾਂਦੇ, ਅੱਗੇ ਪ੍ਰੈਜ਼ੀਡੈਂਟ ਦੁਆਰਾ ਉਹਦੀ ਅਸੈਂਟ ਨਹੀਂ ਦਿੱਤੀ ਜਾਊਗੀ ਤਾਂ ਉਦੋਂ ਤੱਕ ਉਹ ਬਿੱਲ ਪਾਸ ਨਹੀਂ ਹੋਣਗੇ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ। ਇਸ ਚੀਜ਼ ਨੂੰ ਤੁਸੀਂ ਜਦੋਂ ਤੁਹਾਨੂੰ ਨੋਟਸ ਮਿਲਣਗੇ ਇਸ ਚੀਜ਼ ਦੇ, ਤੁਸੀਂ ਇਸ ਚੀਜ਼ ਨੂੰ ਰੈੱਡ ਪੈਨ ਦੇ ਨਾਲ ਨੋਟ ਕਰ ਸਕਦੇ ਹੋ, ਬਹੁਤ ਹੀ ਇੰਪੋਰਟੈਂਟ ਹੈਗਾ। ਠੀਕ ਹੈ, ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਦਿਸ ਇਜ਼ ਬਿਕੋਜ਼ ਬਿੱਲ ਪਾਸ ਬਾਈ ਦਾ ਬੋਥ ਹਾਊਸਿਸ ਆਫ ਦਾ ਪਾਰਲੀਮੈਂਟ ਕੈਨ ਨਾਟ ਬਿਕਮ ਏ ਲਾਅ ਵਿਦਾਊਟ ਦੀ ਪ੍ਰੈਜ਼ੀਡੈਂਟ ਅਸੈਂਟ। ਸੋ ਇਹ ਚੀਜ਼ਾਂ ਆਪਾਂ ਆਲਰੇਡੀ ਕਰ ਚੁੱਕੇ ਹਾਂ, ਫਿਰ ਵੀ ਤੁਹਾਡੀ ਫਰਦਰ ਥੋੜ੍ਹੀ ਜਿਹੀ ਕਹਿ ਸਕਦੇ ਹਾਂ ਤੁਹਾਡੀ ਹੋਰ ਕਲੈਰਿਟੀ ਵਧਾਉਣ ਲਈ ਆਪਾਂ ਤੁਹਾਨੂੰ ਵਾਰ-ਵਾਰ ਰਿਪੀਟ ਕਰ ਰਹੇ ਹਾਂ। ਸੋ ਜਦੋਂ ਤੱਕ ਪਾਰਲੀਮੈਂਟ ਦੇ ਜਿਹੜੇ ਬਿੱਲ ਹੈਗੇ ਆ ਪ੍ਰੈਜ਼ੀਡੈਂਟ ਅਸੈਂਟ ਨਹੀਂ ਦੇਊਗਾ ਉਦੋਂ ਤੱਕ ਉਹ ਬਿੱਲ ਪਾਸ ਕੰਸੀਡਰ ਨਹੀਂ ਕੀਤੇ ਜਾਣਗੇ। ਠੀਕ ਹੈ, ਬਹੁਤ ਇੰਪੋਰਟੈਂਟ ਹੈਗਾ। ਸੋ ਨੈਕਸਟ ਹੈਗਾ, ਦਾ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਐਮਫੇਸਾਈਜ਼ ਔਨ ਦਾ ਇੰਟਰਡਿਪੈਂਡੈਂਸ ਬਿਟਵੀਨ ਦਾ ਲੈਜਿਸਲੇਟਿਵ ਐਂਡ ਦਾ ਐਗਜ਼ੀਕਿਊਟਿਵ ਆਰਗਨਸ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਵੀ ਜਿਹੜਾ ਆਪਣਾ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈਗਾ ਇਹ ਸਿੱਧਾ ਹੀ ਡਾਇਰੈਕਟਲੀ ਐਗਜ਼ਾਮ ਦੇ ਵਿੱਚ ਸਟੇਟਮੈਂਟ ਪੁੱਛੀ ਜਾਂਦੀ ਹੈ। ਪਰਟੀਕੁਲਰਲੀ ਆਪਾਂ PPSC ਦੇ ਕੁਐਸਚਨ ਪੇਪਰਸ ਦੀ ਗੱਲ ਕਰੀਏ ਤਾਂ ਉੱਥੇ ਡਾਇਰੈਕਟਲੀ ਸਟੇਟਮੈਂਟ ਪੁੱਛੀ ਜਾਂਦੀ ਹੁੰਦੀ ਹੈ ਵੀ ਬੇਸਿਕ ਫੀਚਰ ਕੀ ਹੈਗਾ ਆਪਣੇ ਪਾਰਲੀਮੈਂਟਰੀ ਸਿਸਟਮ ਦਾ। ਤਾਂ ਕਹਿ ਸਕਦੇ ਇੰਟਰਡਿਪੈਂਡੈਂਸ ਆਫ ਦਾ ਲੈਜਿਸਲੇਟਿਵ ਐਂਡ ਦਾ ਐਗਜ਼ੀਕਿਊਟਿਵ। ਸੋ ਇਹਦਾ ਮਤਲਬ ਕੀ ਹੋਇਆ ਇੰਟਰਡਿਪੈਂਡੈਂਸ, ਵੀ ਲੈਜਿਸਲੇਟਿਵ ਅਤੇ ਐਗਜ਼ੀਕਿਊਟਿਵ ਜਿਹੜੇ ਹੈਗੇ ਆ ਇੱਕ ਦੂਜੇ ਦੇ ਕਹਿ ਸਕਦੇ ਡਿਪੈਂਡੈਂਟ ਹੈਗੇ ਆ, ਬਹੁਤ ਇੰਪੋਰਟੈਂਟ ਹੈਗੇ ਆ। ਜਿਹੜੀ ਐਗਜ਼ੀਕਿਊਟਿਵ ਹੈਗੀ ਹੈ ਉਹ ਲੈਜਿਸਲੇਚਰ ਨੂੰ ਰਿਸਪੋਂਸੀਬਲ ਹੈਗੀ ਹੈ, ਤਾਂ ਹੀ ਕਿਹਾ ਜਾਂਦਾ ਆਪਣੀ ਰਿਸਪੋਂਸੀਬਲ ਫਾਰਮ ਆਫ ਗਵਰਨਮੈਂਟ ਹੈਗੀ ਇੰਡੀਆ ਦੇ ਵਿੱਚ। ਕੱਲ੍ਹ ਨੂੰ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਐਗਜ਼ਾਮ ਦੇ ਵਿੱਚ ਵੀ ਰਿਸਪੋਂਸੀਬਲ ਫਾਰਮ ਆਫ ਗਵਰਨਮੈਂਟ ਦਾ ਕੀ ਮਤਲਬ ਹੁੰਦਾ ਹੈ, ਤਾਂ ਜਿਹੜੀ ਆਪਣੀ ਐਗਜ਼ੀਕਿਊਟਿਵ ਹੈਗੀ ਉਹ ਲੈਜਿਸਲੇਚਰ ਨੂੰ ਰਿਸਪੋਂਸੀਬਲ ਹੈਗੀ ਹੈ, ਐਸੇ ਚੀਜ਼ ਨੂੰ ਕਿਹਾ ਜਾਂਦਾ ਹੈ ਰਿਸਪੋਂਸੀਬਲ ਫਾਰਮ ਆਫ ਗਵਰਨਮੈਂਟ। ਸੋ ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਸੋ ਜੋ ਵੀ ਚੀਜ਼ਾਂ ਨਹੀਂ ਤੁਹਾਨੂੰ ਸਮਝ ਲੱਗ ਰਹੀਆਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ, ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਕਿਊਰੀਜ਼ ਹੈਗੀਆਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਠੀਕ ਹੈ ਜੀ, ਸੋ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਊਗਾ ਵੀ ਹੁੰਦਾ ਕੀ ਹੈ, ਬੇਸਿਕ ਫੀਚਰਸ ਕੀ ਹੈ, ਸਾਰੀਆਂ ਗੱਲਾਂ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਆਪਾਂ ਪੜ੍ਹਦੇ ਹਾਂ ਕੰਪੋਜੀਸ਼ਨ ਆਫ ਦਾ ਟੂ ਹਾਊਸਿਸ। ਸੋ ਹੁਣ ਤਾਂ ਆਪਾਂ ਬੇਸਿਕ ਪੜ੍ਹ ਚੁੱਕੇ ਹਾਂ ਵੀ ਲੋਕ ਸਭਾ ਰਾਜ ਸਭਾ ਹੁੰਦੀ ਹੈ ਅਤੇ ਉਹਦੇ ਅੱਗੇ ਇੱਕ ਪ੍ਰੈਜ਼ੀਡੈਂਟ ਹੁੰਦਾ ਹੈ। ਆਪਾਂ ਹੁਣ ਉਹਨਾਂ ਦੀ ਕੰਪੋਜੀਸ਼ਨ ਪੜ੍ਹਾਂਗੇ ਵੀ
ਉਹਦੇ ਵਿੱਚ ਕਿਹੜੇ ਕਿੰਨੇ ਮੈਂਬਰ ਹੁੰਦੇ ਆ ਰਾਜ ਸਭਾ ਦੇ ਵਿੱਚ, ਕਿੰਨੇ ਮੈਂਬਰਸ ਲੋਕ ਸਭਾ ਦੇ ਵਿੱਚ ਹੁੰਦੇ ਆ, ਕਿੰਨਾ ਉਹਨਾਂ 'ਚੋਂ ਨੋਮੀਨੇਟਡ ਹੁੰਦੇ ਆ ਅਤੇ ਕਿੰਨਾ ਉਹਨਾਂ 'ਚੋਂ ਡਾਇਰੈਕਟਲੀ ਇਲੈਕਟ ਕੀਤੇ ਜਾਂਦੇ ਹੁੰਦੇ ਆ। ਨੋਮੀਨੇਟਡ ਦਾ ਮਤਲਬ ਕੀ ਹੁੰਦਾ, ਉਹਨਾਂ ਦੇ ਇਲੈਕਸ਼ਨ ਤੋਂ ਬਿਨਾਂ ਹੀ ਉਹਨਾਂ ਨੂੰ ਰਾਜ ਸਭਾ ਜਾਂ ਲੋਕ ਸਭਾ ਦੇ ਵਿੱਚ ਬਿਠਾਇਆ ਜਾਂਦਾ ਹੁੰਦਾ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਤਾਂ, ਠੀਕ ਹੈ। ਸੋ ਕੰਪੋਜੀਸ਼ਨ ਆਫ ਦਾ ਰਾਜ ਸਭਾ, ਪਹਿਲਾਂ ਆਪਾਂ ਗੱਲ ਕਰਾਂਗੇ ਰਾਜ ਸਭਾ ਦੀ ਗੱਲ ਕਰਾਂਗੇ, ਫਿਰ ਆਪਾਂ ਲੋਕ ਸਭਾ ਦੀ ਗੱਲ ਕਰਾਂਗੇ, ਠੀਕ ਹੈ। ਰਾਜ ਸਭਾ ਦੇ ਜਿਹੜੇ ਮੈਂਬਰ ਹੈਗੇ ਕਿੱਥੋਂ ਆਉਂਦੇ, ਉੱਠ ਕੇ ਆਉਂਦੇ ਆ। ਰਾਜ ਸਭਾ ਦੇ ਮੈਂਬਰ ਆਉਂਦੇ ਆ, ਸਾਰੇ ਦੇ ਸਾਰੇ ਮੈਂਬਰ ਆਉਂਦੇ ਆ ਜਿਹੜੀਆਂ ਆਪਣੀਆਂ ਅਸੈਂਬਲੀਜ਼ ਹੈਗੀਆਂ, ਆਪਣੀਆਂ ਸਟੇਟਸ ਦੇ ਵਿੱਚ ਜਿਹੜੀਆਂ ਅਸੈਂਬਲੀਜ਼ ਹੈਗੀਆਂ ਉਹਨਾਂ ਦੁਆਰਾ ਫਰਦਰ ਮੈਂਬਰਸ ਇਲੈਕਟ ਕੀਤੇ ਜਾਂਦੇ। ਉਹ ਮੈਂਬਰ ਜਾ ਕੇ ਰਾਜ ਸਭਾ ਦੇ ਮੈਂਬਰ ਐਜ਼ ਏ ਰਾਜ ਸਭਾ ਦੇ ਮੈਂਬਰ ਇਲੈਕਟ ਹੁੰਦੇ ਆ, ਠੀਕ ਹੈ। ਸੋ ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਦ ਮੈਕਸਿਮਮ ਸਟਰੈਂਥ ਆਫ ਦ ਰਾਜ ਸਭਾ ਇਜ਼ ਫਿਕਸਡ ਐਟ ਦ 250 ਆਊਟ ਆਫ ਵਿਚ 238 are to be representative of the state and the union territories and all are nominated by the president। ਸੋ ਹੁਣ ਤੁਸੀਂ ਵੇਖ ਸਕਦੇ ਹੋ ਵੀ ਟੋਟਲ 250 ਮੈਂਬਰ ਹੁੰਦੇ ਆ ਰਾਜ ਸਭਾ ਦੇ ਵਿੱਚ, ਉਹਦੇ ਵਿੱਚੋਂ 12 ਮੈਂਬਰ ਜਿਹੜੇ ਹੁੰਦੇ ਆ ਨੋਮੀਨੇਟਡ ਮੈਂਬਰਸ ਹੁੰਦੇ ਆ, ਠੀਕ ਹੈ। ਨੋਮੀਨੇਟਡ ਦਾ ਮਤਲਬ ਕੀ ਹੁੰਦਾ, ਜਿਨ੍ਹਾਂ ਦੇ ਇਲੈਕਸ਼ਨ ਨਹੀਂ ਕਰਵਾਏ ਜਾਂਦੇ, ਡਾਇਰੈਕਟਲੀ ਹੀ ਪ੍ਰੈਜ਼ੀਡੈਂਟ ਦੁਆਰਾ ਨੋਮੀਨੇਟ ਕੀਤੇ ਜਾਂਦੇ ਡਿਵਰਸ ਫੀਲਡਸ ਤੋਂ, ਜਿਵੇਂ ਕਿ ਸੋਸ਼ਲ ਸਾਇੰਸ, ਲਿਟਰੇਚਰ। ਹੁਣ ਆਪਾਂ ਵੇਖਦੇ ਹਾਂ ਵੀ ਕਈ ਵਾਰੀ ਆਪਣਾ ਅਮਿਤਾਭ ਬੱਚਨ ਨੂੰ ਵੀ ਇਲੈਕਟ ਕੀਤਾ ਗਿਆ, ਜਾਂ ਕਹਿ ਸਕਦੇ ਹਾਂ ਜੈ ਪ੍ਰਦਾ ਜਿਹੜੀ ਉਹਨਾਂ ਦੀ ਵਾਈਫ ਹੈਗੀ ਹੈ ਉਹਨਾਂ ਨੂੰ ਇਲੈਕਟ ਕੀਤਾ ਗਿਆ, ਸੋ ਨੋਮੀਨੇਟ ਕੀਤਾ ਗਿਆ। ਸੋ ਇਸੇ ਤਰ੍ਹਾਂ ਉਹਨਾਂ ਦਾ ਜਿਹੜਾ ਬੈਕਗਰਾਊਂਡ ਹੈਗਾ, ਕਲਚਰਲ ਬੈਕਗਰਾਊਂਡ ਹੈਗਾ, ਜਾਂ ਕਹਿ ਸਕਦੇ ਹਾਂ ਆਪਣੀ ਜਿਹੜੀ ਸੁਸਾਇਟੀ ਦੇ ਵਿੱਚ ਉਹਨਾਂ ਦਾ ਇਨਰਿਚਮੈਂਟ ਕਰਨ ਦੇ ਵਿੱਚ ਬਹੁਤ ਹੀ ਵੱਡਾ ਰੋਲ ਹੈਗਾ, ਤਾਂ ਕਰਕੇ ਉਹਨਾਂ ਨੂੰ ਨੋਮੀਨੇਟ ਕੀਤਾ ਜਾਂਦਾ ਹੁੰਦਾ, ਕਿਉਂਕਿ ਵੱਡ ਅੱਡ ਆਪਣੀਆਂ ਜਿਹੜੇ ਓਪੀਨੀਅਨਸ ਦੇਣਗੇ ਅਤੇ ਰਾਜ ਸਭਾ ਦੇ ਵਿੱਚ ਫਰਦਰ ਇਨੋਵੇਸ਼ਨ ਦਾ ਮਾਹੌਲ ਬਣੂਗਾ, ਇਸ ਕਰਕੇ ਉਹਨਾਂ ਨੂੰ ਨੋਮੀਨੇਟ ਕੀਤਾ ਜਾਂਦਾ। ਦ 4th ਸ਼ੈਡਿਊਲ ਆਫ ਦ ਕੌਂਸਟੀਟਿਊਸ਼ਨ ਡੀਲ ਵਿਦ ਦ ਐਲੋਕੇਸ਼ਨ ਆਫ ਦ ਸੀਟਸ ਇਨ ਦ ਰਾਜ ਸਭਾ ਟੂ ਦ ਸਟੇਟਸ ਐਂਡ ਦ ਯੂਨੀਅਨ ਟੈਰੀਟਰੀਜ਼। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈਗਾ ਵੀ ਜਿਹੜਾ 4th ਸ਼ੈਡਿਊਲ ਹੈਗਾ ਆਪਣੇ ਸੰਵਿਧਾਨ ਦਾ, ਉਹ ਕਿਹਦੇ ਨਾਲ ਡੀਲ ਕਰਦਾ ਹੈ ਵੀ ਜਿਹੜੀਆਂ ਰਾਜ ਸਭਾ ਦੀਆਂ ਸੀਟਸ ਅੱਡ ਸਟੇਟਾਂ ਨੂੰ ਐਲੋਕੇਟ ਕੀਤੀਆਂ ਜਾਂਦੀਆਂ ਹੁੰਦੀਆਂ, ਉਹਦੇ ਨਾਲ ਡੀਲ ਕਰਦਾ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਵੀ ਰਾਜ ਸਭਾ ਦੀਆਂ ਆਪਣੇ ਪੰਜਾਬ ਦੇ ਵਿੱਚ 7 ਹੀ ਸੀਟਾਂ ਹੈਗੀਆਂ, ਸੋ ਕਿਸ ਢੰਗ ਦੇ ਨਾਲ ਐਲੋਕੇਸ਼ਨ ਹੁੰਦੀ ਹੈ 4th ਸ਼ੈਡਿਊਲ ਦੇ ਵਿੱਚ ਇਹ ਚੀਜ਼ਾਂ ਮੈਂਸ਼ਨ ਕੀਤੀਆਂ ਹੋਈਆਂ। ਸੋ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ। ਸੋ ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ ਕੰਪੋਜੀਸ਼ਨ ਆਫ ਦ ਲੋਕ ਸਭਾ। ਸੋ ਲੋਕ ਸਭਾ ਦੇ ਵਿੱਚ ਮੈਕਸੀਮਮ 552 ਮੈਂਬਰ ਹੋ ਸਕਦੇ, ਜਿਹਦੇ ਵਿੱਚੋਂ 550 ਇਲੈਕਟਿਡ ਮੈਂਬਰ ਹੁੰਦੇ। ਮੈਕਸੀਮਮ 2 ਮੈਂਬਰ ਹੀ ਨੋਮੀਨੇਟ ਕੀਤੇ ਜਾ ਸਕਦੇ, ਉਹ ਵੀ ਆਪਣੀ ਐਂਗਲੋ ਇੰਡੀਅਨ ਕਮਿਊਨਿਟੀ ਤੋਂ। ਐਂਗਲੋ ਇੰਡੀਅਨ ਕਮਿਊਨਿਟੀ ਕੀ ਹੁੰਦੀ ਹੈ ਵੀ ਜਿਨ੍ਹਾਂ ਦਾ ਜਿਹੜਾ ਪਿਛੋਕੜ ਹੈਗਾ ਅੰਗਰੇਜ਼ਾਂ ਤੋਂ ਹੈ, ਠੀਕ ਹੈ। ਸੋ ਬਹੁਤ ਹੀ ਮਤਲਬ ਘੱਟ ਹੁੰਦੇ ਆ, ਤਾਂ ਕਰਕੇ ਇਹਨਾਂ ਨੂੰ ਨੋਮੀਨੇਟ ਕੀਤਾ ਜਾ ਸਕਦਾ 2 ਮੈਂਬਰਸ ਨੂੰ, ਅਤੇ 550 ਮੈਂਬਰ ਇਲੈਕਟਿਡ ਹੁੰਦੇ ਆ ਲੋਕ ਸਭਾ ਦੇ ਵਿੱਚ। ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ ਪੁਆਇੰਟ ਹੈਗਾ ਸਿਸਟਮ ਆਫ ਦ ਇਲੈਕਸ਼ਨ ਟੂ ਦ ਲੋਕ ਸਭਾ। ਸੋ ਕਿਸ ਢੰਗ ਦਾ ਸਿਸਟਮ ਵਰਤਿਆ ਜਾਂਦਾ ਹੈ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਆ, ਤਾਂ ਆਪਾਂ ਉਹਨਾਂ ਬਾਰੇ ਪੜ੍ਹਦੇ ਹਾਂ। ਫੋਰ ਦੀ ਪਰਪਜ਼ ਆਫ ਦ ਹੋਲਡਿੰਗ ਆਫ ਡਾਇਰੈਕਟ ਇਲੈਕਸ਼ਨ ਟੂ ਦ ਲੋਕ ਸਭਾ ਐਂਡ ਈਚ ਸਟੇਟ ਇਜ਼ ਡਿਵਾਈਡਡ ਇਨਟੂ ਟੈਰੀਟੋਰੀਅਲ ਕੌਂਸਟੀਟੂਐਂਸੀਜ਼। ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਜਦੋਂ ਵੀ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਆ, ਤਾਂ ਜਿਹੜੀ ਆਪਣੀ ਸਟੇਟ ਹੈਗੀ ਆ, ਜਾਂ ਕਹਿ ਸਕਦੇ ਹਾਂ ਆਪਣੀਆਂ ਟੈਰੀਟਰੀਜ਼ ਹੈਗੀਆਂ ਸਟੇਟ ਦੀਆਂ, ਉਹ ਫਰਦਰ ਅੱਗੇ ਟੈਰੀਟੋਰੀਅਲ ਕੌਂਸਟੀਟੂਐਂਸੀ ਦੇ ਵਿੱਚ ਡਿਵਾਈਡ ਹੋ ਜਾਂਦੀਆਂ ਹੁੰਦੀਆਂ। ਜਿਵੇਂ ਕਿ ਸਪੋਜ਼ ਕਰ ਲਓ ਆਪਾਂ ਅਬੋਹਰ ਤੋਂ ਆ, ਤਾਂ ਜਿਹੜੀ ਇੱਕ ਅਬੋਹਰ ਇੱਕ ਟੈਰੀਟੋਰੀਅਲ ਕੌਂਸਟੀਟੂਐਂਸੀ ਹੈਗੀ ਹੈ, ਨਾਲ ਇੱਕ ਬੱਲੂਆਣਾ ਟੈਰੀਟੋਰੀਅਲ ਕੌਂਸਟੀਟੂਐਂਸੀਜ਼ ਹੈਗੀਆਂ। ਤਾਂ ਟੈਰੀਟੋਰੀਅਲ ਕੌਂਸਟੀਟੂਐਂਸੀ ਦੇ ਅਕੋਰਡਿੰਗ ਹੀ ਲੋਕ ਸਭਾ ਅਤੇ ਰਾਜ ਸਭਾ ਦੇ ਇਲੈਕਸ਼ਨਸ ਕੰਡਕਟ ਕਰਵਾਏ ਜਾਂਦੇ ਹੁੰਦੇ ਆ। ਜਿਵੇਂ ਕਿ ਆਪਣੇ ਪੂਰੇ ਪੰਜਾਬ ਦੇ ਵਿੱਚ 13 ਸੀਟਾਂ ਹੈਗੀਆਂ, ਤਾਂ ਜਿਹੜੀਆਂ ਆਪਣੀਆਂ ਮੇਜਰ ਸੀਟਾਂ ਹੋ ਜਾਂਦੀਆਂ ਆਪਣੀ, ਇੱਕ ਤਾਂ ਹੋ ਜਾਂਦੀ ਆਪਣੀ ਬਠਿੰਡਾ ਸੀਟ ਹੋ ਗਈ, ਅਬੋਹਰ ਦੀ ਸੀਟ ਹੋ ਗਈ, ਅਤੇ ਆਪਣੀ ਫਾਜ਼ਿਲਕਾ ਦੀ ਸੀਟ ਹੋ ਗਈ, ਜਾਂ ਕਹਿ ਸਕਦੇ ਹਾਂ ਫਿਰੋਜ਼ਪੁਰ ਦੀ ਹੋ ਗਈ। ਤਾਂ ਇਸੇ ਤਰ੍ਹਾਂ ਆਪਣੀਆਂ ਸੀਟਾਂ ਵੰਡੀਆਂ ਜਾਂਦੀਆਂ ਹੁੰਦੀਆਂ। ਟੋਟਲ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ 13 ਲੋਕ ਸਭਾ ਦੀ ਸੀਟਾਂ ਹੈਗੀਆਂ, ਸੋ ਸਾਰਿਆਂ ਨੂੰ ਪਤਾ ਹੀ ਹੋਊਗਾ। ਈਚ ਸਟੇਟ ਇਜ਼ allotted a number of seats in the Lok Sabha in such a manner that the ratio between the number and its population is the same in the all state। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਹੁਣ ਆਪਾਂ ਨੂੰ ਪੁੱਛਿਆ ਜਾ ਸਕਦਾ ਵੀ ਜਿਹੜੀਆਂ ਸਟੇਟਾਂ ਦੇ ਵਿੱਚ ਸੀਟਾਂ ਵੰਡੀਆਂ ਜਾਂਦੀਆਂ ਹੁੰਦੀਆਂ ਲੋਕ ਸਭਾ ਦੀਆਂ, ਕਿਸ ਆਧਾਰ 'ਤੇ ਵੰਡੀਆਂ ਜਾਂਦੀਆਂ ਹੁੰਦੀਆਂ, ਤਾਂ ਆਪਾਂ ਕਹਾਂਗੇ ਪਾਪੂਲੇਸ਼ਨ ਦੇ ਆਧਾਰ 'ਤੇ ਸੀਟਾਂ ਵੰਡੀਆਂ ਜਾਂਦੀਆਂ ਹੁੰਦੀਆਂ, ਨਾ ਕਿ ਕਿਸੇ ਦੀ ਟੈਰੀਟਰੀ ਦੇ ਬੇਸਿਸ 'ਤੇ ਸੀਟਾਂ ਵੰਡੀਆਂ ਜਾਂਦੀਆਂ ਹੁੰਦੀਆਂ। ਹੁਣ ਰਾਜਸਥਾਨ ਭਾਵੇਂ ਜਿੰਨੀ ਮਰਜ਼ੀ ਸਟੇਟ ਹੈ, ਵੱਡੀ ਸਟੇਟ ਹੈਗੀ ਹੈ, ਪਰ ਉਹਦੀ ਜਿਹੜੀ ਸੀਟਾਂ ਹੈਗੀਆਂ ਯੂਪੀ ਦੇ ਨਾਲੋਂ ਘੱਟ ਹੈਗੀਆਂ। ਕਿਉਂ ਹੈਗੀਆਂ? ਕਿਉਂਕਿ ਉੱਥੋਂ ਦੀ ਜਿਹੜੀ ਪਾਪੂਲੇਸ਼ਨ ਦੇ ਅਕੋਰਡਿੰਗ ਆਪਣੀਆਂ ਸੀਟਾਂ ਵੰਡੀਆਂ ਗਈਆਂ ਹੋਈਆਂ, ਨਾ ਕਿ ਕਿਸੇ ਦੀ ਟੈਰੀਟੋਰੀ ਦੇ ਅਕੋਰਡਿੰਗ ਵੰਡੀਆਂ ਗਈਆਂ। ਬਹੁਤ ਇੰਪੋਰਟੈਂਟ ਹੈ ਇਹ ਕੁਐਸਚਨ, ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਹੈਗਾ ਵੀ ਜਿਹੜੀਆਂ ਲੋਕ ਸਭਾ ਦੀ ਸੀਟਾਂ ਹੈਗੀਆਂ ਉਹ ਟੈਰੀਟਰੀਜ਼ ਦੇ ਅਕੋਰਡਿੰਗ ਵੰਡੀਆਂ ਗਈਆਂ ਜਾਂ ਆਪਣੇ
ਕਹਿ ਸਕਦੇ ਹਾਂ ਆਪਣੇ ਪੋਪੂਲੇਸ਼ਨ ਦੇ ਅਕੋਰਡਿੰਗ ਵੰਡੀਆਂ ਗਈਆਂ। ਤਾਂ ਆਪਣਾ ਆਨਸਰ ਆ ਜਾਊਗਾ ਜਿਹੜੀਆਂ ਲੋਕ ਸਭਾ ਦੀ ਸੀਟਾਂ ਹੈਗੀਆਂ ਪੋਪੂਲੇਸ਼ਨ ਦੇ ਅਕੋਰਡਿੰਗ ਵੰਡੀਆਂ ਗਈਆਂ, ਨਾ ਕਿ ਟੈਰੀਟਰੀਜ਼ ਦੇ ਅਕੋਰਡਿੰਗ ਵੰਡੀਆਂ ਗਈਆਂ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ, ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਵੀ ਹੋਇਆ। ਤਾਂ ਜਦੋਂ ਵੀ ਤੁਹਾਨੂੰ ਨੋਟਸ ਮਿਲਣਗੇ ਤੁਸੀਂ ਇਹਨੂੰ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ। ਹੋਰ ਕਿਸੇ ਤਰ੍ਹਾਂ ਦੀ ਕੋਈ ਵੀ ਡਾਊਟ ਹੈਗਾ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। So next है the reservation of the seats for the scheduled caste and the scheduled tribe in the Lok Sabha on the basis of population ratio। ਬਹੁਤ ਇੰਪੋਰਟੈਂਟ ਹੈਗਾ ਵੀ ਜਿਹੜੀਆਂ ਲੋਕ ਸਭਾ ਅਤੇ ਰਾਜ ਸਭਾ ਦੀਆਂ ਸੀਟਾਂ ਮਤਲਬ ਰਿਜ਼ਰਵ ਕੀਤੀਆਂ ਜਾਂਦੀਆਂ ਹੁੰਦੀਆਂ, ਇਹ ਪਾਪੂਲੇਸ਼ਨ ਦੀ ਰੇਸ਼ੋ ਦੇ ਬੇਸਿਸ 'ਤੇ ਰਿਜ਼ਰਵ ਕੀਤੀਆਂ ਜਾਂਦੀਆਂ ਹੁੰਦੀਆਂ, ਨਾ ਕਿ ਕਿਸੇ ਦਾ ਕੋਈ ਹੋਰ ਡਾਇਰੈਕਟ ਫਾਰਮੂਲਾ ਹੈਗਾ। ਬਹੁਤ ਇੰਪੋਰਟੈਂਟ ਹੈਗਾ, ਮਤਲਬ ਪੰਜਾਬ ਦੇ ਵਿੱਚ SC ਜਾਂ ਕਹਿ ਸਕਦੇ ਹਾਂ ST ਦੀ ਕਿੰਨੀ ਪਾਪੂਲੇਸ਼ਨ ਹੈਗੀ ਉਹਦੇ ਬੇਸਿਸ 'ਤੇ ਸੀਟਾਂ ਇਹਨਾਂ ਲਈ ਰਿਜ਼ਰਵ ਕੀਤੀਆਂ ਜਾਣਗੀਆਂ, ਨਾ ਕਿ ਸਿੱਧਾ ਕੀਤੀਆਂ ਜਾਣਗੀਆਂ। ਠੀਕ ਹੈ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਡਿਊਰੇਸ਼ਨ ਆਫ ਦਾ 2 ਹਾਊਸਿਸ। ਸੋ ਡਿਊਰੇਸ਼ਨ ਦਾ ਮਤਲਬ ਕੀ ਹੁੰਦਾ ਵੀ ਜਿਹੜਾ ਹਾਊਸ ਹੈਗਾ ਲੋਕ ਸਭਾ ਦਾ ਕਹਿ ਸਕਦੇ ਹਾਂ ਰਾਜ ਸਭਾ ਦਾ, ਉਹ ਕਿੰਨੇ ਸਾਲ ਲਈ ਮਤਲਬ ਉਹ ਡੈਜ਼ੋਲਿਊਟ ਨਹੀਂ ਹੁੰਦਾ ਜਾਂ ਕਹਿ ਸਕਦੇ ਹਾਂ ਖ਼ਤਮ ਨਹੀਂ ਹੁੰਦਾ। ਹੁਣ ਜਿਵੇਂ ਆਪਣੇ ਲੋਕ ਸਭਾ ਦੇ ਮੈਂਬਰਸ ਇਲੈਕਟ ਕੀਤੇ ਜਾਂਦੇ ਆ ਤਾਂ ਉਹਦਾ ਕੋਲ ਉਹਨਾਂ ਦੀ ਜਿਹੜੀ ਟੈਨਿਓਰ ਹੁੰਦੀ ਜਾਂ ਕਹਿ ਸਕਦੇ ਹਾਂ ਜਿਹੜਾ ਉਹਨਾਂ ਦਾ ਕਾਰਿਆਕਾਲ ਹੁੰਦਾ 5 ਸਾਲ ਦਾ ਹੁੰਦਾ। ਠੀਕ ਹੈ ਜੀ। ਅਤੇ ਜਿਹੜੇ ਆਪਣੇ ਰਾਜ ਸਭਾ ਦੇ ਮੈਂਬਰ ਹੁੰਦੇ ਆ ਉਹਨਾਂ ਦਾ ਜਿਹੜਾ ਕਾਰਿਆਕਾਲ ਹੁੰਦਾ 6 ਸਾਲਾਂ ਦਾ ਹੁੰਦਾ। ਠੀਕ ਹੈ ਜੀ। ਪਰ ਜਿਹੜਾ ਪੂਰਾ ਹਾਊਸ ਹੈਗਾ ਰਾਜ ਸਭਾ ਦਾ ਕਦੀ ਵੀ ਡਿਜ਼ੋਲਵ ਨਹੀਂ ਹੁੰਦਾ। ਪੂਰਾ ਹਾਊਸ ਡਿਜ਼ੋਲਵ ਅਤੇ ਮਤਲਬ ਪਾਰਸ਼ਲ ਹਾਊਸ ਡਿਜ਼ੋਲਵ ਦਾ ਮਤਲਬ ਕੀ ਹੁੰਦਾ, ਮੈਂ ਤੁਹਾਨੂੰ ਥੋੜ੍ਹਾ ਡਿਟੇਲ ਦੇ ਵਿੱਚ ਸਮਝਾਉਣਾ ਚਾਹੂੰਗਾ। ਵੀ ਜਿਹੜਾ ਆਪਣਾ ਲੋਕ ਸਭਾ ਦਾ ਹਾਊਸ ਹੈਗਾ, ਸਪੋਜ਼ ਫੋਰ ਏ ਮੂਵਮੈਂਟ ਜਦੋਂ ਆਪਣੇ 5 ਸਾਲਾਂ ਬਾਅਦ ਇਲੈਕਸ਼ਨ ਹੁੰਦੇ ਆ ਤਾਂ ਸਾਰੇ ਦੇ ਸਾਰੇ ਜਿੰਨੇ ਵੀ ਮੈਂਬਰ MPs ਹੁੰਦੇ ਆ ਲੋਕ ਸਭਾ ਦੇ ਵਿੱਚ, ਉਹਨਾਂ ਦੀ ਸੀਟ ਉੱਥੋਂ ਚਲੀ ਜਾਂਦੀ ਹੁੰਦੀ ਹੈ। ਉਹਨਾਂ ਨੂੰ ਫਰਦਰ ਦੁਬਾਰਾ ਇਲੈਕਟ ਹੋ ਕੇ ਲੋਕ ਸਭਾ ਦੇ ਵਿੱਚ ਆਉਣਾ ਪੈਂਦਾ। ਸਾਰਿਆਂ ਨੂੰ ਗੱਲ ਕਲੀਅਰ ਹੋਊਗੀ। ਪਰ ਰਾਜ ਸਭਾ ਦੇ ਵਿੱਚ ਇੱਦਾਂ ਨਹੀਂ ਹੁੰਦਾ। ਉਹਨਾਂ ਦੇ ਹਰ 2 ਸਾਲ ਦੇ ਬਾਅਦ 1/3 ਮੈਂਬਰ ਚਲੇ ਜਾਂਦੇ ਆ ਅਤੇ 1/3 ਮੈਂਬਰ ਨਵੇਂ ਆ ਜਾਂਦੇ ਆ। ਸੋ ਇਸ ਦੇ ਨਾਲ ਕੀ ਹੁੰਦਾ, ਜਿਹੜਾ ਪੂਰੇ ਦਾ ਪੂਰਾ ਹਾਊਸ ਖਾਲੀ ਨਹੀਂ ਹੁੰਦਾ, ਇਸੇ ਤਰ੍ਹਾਂ ਰੋਟੇਸ਼ਨ ਵਾਈਜ਼ ਚੱਲਦੀ ਰਹਿੰਦੀ ਹੁੰਦੀ ਹੈ ਚੀਜ਼। ਸੋ 2 ਸਾਲਾਂ ਬਾਅਦ ਨਵੇਂ ਆਉਂਦੇ ਹੀ ਰਹਿੰਦੇ ਆ, 1/3 ਮੈਂਬਰ 2 ਸਾਲਾਂ ਬਾਅਦ ਆਉਂਦੇ ਹੀ ਰਹਿੰਦੇ ਆ। ਤਾਂ ਕਰਕੇ ਜਿਹੜਾ ਰਾਜ ਸਭਾ ਦਾ ਹਾਊਸ ਹੈਗਾ ਉਸ ਚੀਜ਼ ਨੂੰ ਪਰਮਾਨੈਂਟ ਹਾਊਸ ਵੀ ਕਿਹਾ ਜਾਂਦਾ ਹੁੰਦਾ, ਨੋਟ ਸਬਜੈਕਟਿਡ ਟੂ ਡੈਜ਼ੋਲਿਊਸ਼ਨ ਕਿਹਾ ਜਾਂਦਾ ਹੁੰਦਾ। ਮਤਲਬ ਇਸ ਹਾਊਸ ਨੂੰ ਰਾਜ ਸਭਾ ਦੇ ਹਾਊਸ ਨੂੰ ਕਦੀ ਵੀ ਡਿਜ਼ੋਲਵ ਨਹੀਂ ਕੀਤਾ ਜਾ ਸਕਦਾ ਹੁੰਦਾ, ਪਰ ਜਿਹੜਾ ਆਪਣਾ ਲੋਕ ਸਭਾ ਦਾ ਹਾਊਸ ਹੁੰਦਾ ਉਹਨੂੰ ਡਿਜ਼ੋਲਵ ਕੀਤਾ ਜਾ ਸਕਦਾ ਹੁੰਦਾ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਆਪਾਂ ਪੜ੍ਹਦੇ ਵੀ ਇਹਨਾਂ ਬਾਰੇ। The Rajya Sabha first constituted in 1952 is a continuing chamber that is it is a permanent body not subjected to dissolution। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਸੋ ਜਿਹੜਾ ਆਪਣਾ ਰਾਜ ਸਭਾ ਦੇ ਜਿਹੜਾ ਪਹਿਲੀ ਵਾਰੀ ਕਦੋਂ ਇਲੈਕਟ ਹੋਈ ਸੀਗੀ 1952 ਦੇ ਵਿੱਚ ਹੋਈ ਸੀਗੀ। ਪਰ ਜਿਹੜੇ ਆਪਣੇ ਪਹਿਲੇ ਜਨਰਲ ਇਲੈਕਸ਼ਨ ਹੈਗੇ ਲੋਕ ਸਭਾ ਦੇ ਤਾਂ ਉਹ ਕਦੋਂ ਹੋਏ ਸੀਗੇ, ਤਾਂ ਆਪਣਾ ਆਨਸਰ ਆ ਜਾਊਗਾ 1951 ਅਤੇ 52 ਦੇ ਵਿੱਚ ਆਪਣੇ ਪਹਿਲੇ ਜਨਰਲ ਇਲੈਕਸ਼ਨ ਹੋਏ ਸੀਗੇ। ਅਤੇ ਹੁਣ ਜਿਹੜਾ ਆਪਣਾ ਜੇਲ੍ਹ ਸੁਪਰੀਡੈਂਟ ਵਾਲਾ ਐਗਜ਼ਾਮ ਹੋਇਆ ਸੀ ਉਹਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ ਵੀ ਜਿਹੜੇ ਆਪਣੇ ਫਸਟ ਜਨਰਲ ਇਲੈਕਸ਼ਨ ਕਦੋਂ ਹੋਈ ਸੀ, ਤਾਂ ਆਪਣਾ ਆਨਸਰ ਆ ਜਾਊਗਾ 1951 ਤੋਂ 1952 ਦੇ ਵਿੱਚ ਆਪਣੇ ਫਸਟ ਜਨਰਲ ਇਲੈਕਸ਼ਨ ਹੋਏ ਸੀਗੇ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹਾਊਐਵਰ 1/3 ਆਫ ਇਟ ਮੈਂਬਰ ਰਿਟਾਇਰ ਐਵਰੀ ਸੈਕਿੰਡ ਈਅਰ। ਹੁਣ ਬਹੁਤ ਹੀ ਇੰਪੋਰਟੈਂਟ ਗੱਲ ਆਪਾਂ ਨੂੰ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੁੰਦੀ ਆ ਵੀ ਕਿੰਨੇ ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਆ, ਤਾਂ ਆਪਣਾ ਆਨਸਰ ਆ ਜਾਊਗਾ 1/3 ਮੈਂਬਰ ਹਰ 2 ਸਾਲਾਂ ਬਾਅਦ ਰਿਟਾਇਰ ਹੋ ਜਾਂਦੇ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਮੈਂਬਰਸ਼ਿਪ ਦਾ ਪਾਰਲੀਮੈਂਟ। ਸੋ ਕੁਆਲੀਫਿਕੇਸ਼ਨ ਕੀ ਹੈਗੀ ਹੈ ਟੂ ਬੀ ਏ ਮੈਂਬਰ ਆਫ ਦਾ ਪਾਰਲੀਮੈਂਟ, ਤਾਂ ਆਪਣਾ ਆਨਸਰ ਆ ਜਾਊਗਾ ਵੀ ਉਹ ਇੱਕ ਤਾਂ ਇੰਡੀਆ ਦਾ ਸਿਟੀਜ਼ਨ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਅਤੇ he must not be less than 30 year in the age in case of the Rajya Sabha and not less than 25 year of age in the case of the Lok Sabha। ਬਹੁਤ ਇੰਪੋਰਟੈਂਟ ਪੁਆਇੰਟ ਹੈ। ਅਗਰ ਉਹਨੇ ਰਾਜ ਸਭਾ ਦੇ ਵਿੱਚ ਇਲੈਕਟ ਹੋਣਾ ਹੈ ਤਾਂ ਉਹਦੀ ਜਿਹੜੀ ਉਮਰ ਹੈਗੀ ਹੈ 30 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਅਗਰ ਉਹਨੇ ਲੋਕ ਸਭਾ ਦੇ ਵਿੱਚ ਇਲੈਕਟ ਹੋਣਾ ਹੈ ਤਾਂ ਜਿਹੜੀ ਉਹਦੀ ਉਮਰ ਹੈਗੀ ਹੈ 25 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਸੋ ਇਹ ਦੋਨੇ ਚੀਜ਼ਾਂ ਹੀ ਬਹੁਤ ਹੀ ਇੰਪੋਰਟੈਂਟ ਹੈਗੀਆਂ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਹੈ। ਠੀਕ ਹੈ ਜੀ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਬਾਕੀ ਜਿਹੜਾ ਆਪਣਾ ਪਾਰਲੀਮੈਂਟ ਦਾ ਲੈਕਚਰ ਹੈਗਾ ਆਪਾਂ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਲੈਕਚਰ ਦੇ ਨਾਲ ਜ਼ਰੂਰ ਬਣੇ ਰਹਿਣਾ। ਹੁਣ ਤੁਹਾਨੂੰ ਕੰਟੀਨਿਊ ਲੈਕਚਰ ਮਿਲਣਗੇ, ਜਿੰਨੀ ਵੀ ਆਪਣੀ ਪੋਲਿਟੀ ਰਹਿ ਗਈ ਹੈ ਤੁਹਾਨੂੰ ਕੰਟੀਨਿਊ ਲੈਕਚਰ ਮਿਲਣਗੇ। ਸੋ ਲੈਕਚਰਸ ਦੇ ਨਾਲ ਜ਼ਰੂਰ ਬਣੇ ਰਹਿਣਾ। ਥੈਂਕ ਯੂ ਸੋ ਮਚ ਫੋਰ ਵਾਚਿੰਗ ਦਿਸ ਲੈਕਚਰ। ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ ਤੁਹਾਨੂੰ ਲੈਕਚਰਸ ਕਿਸ ਤਰ੍ਹਾਂ ਦੇ ਲੱਗ ਰਹੇ ਆ। ਠੀਕ ਹੈ ਜੀ। ਅਤੇ ਬਾਕੀ ਜਿਹੜੀ ਸਾਡੀ ਐਪ ਹੈਗੀ ਉਹਨੂੰ ਜ਼ਰੂਰ ਡਾਊਨਲੋਡ ਕਰੋ, ਜੋ ਵੀ ਇਹਦੇ ਬੈਨੀਫਿਟਸ ਹੈਗੇ ਤੁਸੀਂ ਉਠਾ ਸਕਦੇ ਹੋ। ਠੀਕ ਹੈ ਜੀ। ਸੋ ਥੈਂਕ ਯੂ ਸੋ ਮਚ।